ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਅਰਜਨ ਦੇਵ ਜੀ ਦੀ ਰਸਨਾ ਤੋਂ ਉਚਾਰੀ ਬਾਣੀ ਬਸੰਤ ਕੀ ਵਾਰ ਦੀ ਵਿਚਾਰ ਚੱਲ ਰਹੀ ਹੈ। ਅਸੀਂ ਆਪਣੀ ਪਿਛਲੀ ਵਿਚਾਰ ਦੇ ਵਿੱਚ ਪਹਿਲੀ ਪੌੜੀ ਦੀ ਵਿਚਾਰ ਕਰ ਚੁੱਕੇ ਹਾਂ। ਅੱਜ ਅਸੀਂ ਦੂਸਰੀ ਪੌੜੀ ਦੀ ਵਿਚਾਰ ਕਰਾਂਗੇ ਕਿ ਪਾਤਸ਼ਾਹ ਜੀ ਸਾਨੂੰ ਇਸ ਬਾਣੀ ਦੁਆਰਾ ਕੀ ਦੱਸਣਾ ਚਾਹੁੰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੰਗਤ ਜੀ ਕੁੱਲ 22 ਵਾਰਾਂ ਨੇ। ਇਸ ਦੀ ਪੂਰੀ ਜਾਣਕਾਰੀ ਅਸੀਂ ਪਿਛਲੀ ਵਿਚਾਰ ਦੇ ਵਿੱਚ ਲੈ ਚੁੱਕੇ ਹਾਂ। ਵਾਰ ਅਸਲ ਦੇ ਵਿੱਚ ਪੌੜੀਆਂ ਦਾ ਹੀ ਇੱਕ ਰੂਪ ਹੈ। ਜਿਸ ਵੀ ਗੁਰੂ ਸਾਹਿਬਾਨ ਨੇ ਵਾਰ ਦਾ ਉਚਾਰਨ ਕੀਤਾ ਹੈ, ਪੌੜੀਆਂ ਉਸੇ ਹੀ ਗੁਰੂ ਸਾਹਿਬ ਦੀਆਂ ਉਸ ਵਿੱਚ ਨੇ। ਹਾਂ, ਸ਼ਲੋਕ ਕਈ ਵਾਰੀ ਦੂਜੇ ਗੁਰੂ ਵਿਅਕਤੀਆਂ ਵੱਲੋਂ ਇਸ ਵਿੱਚ ਅੰਕਿਤ ਹੁੰਦੇ ਨੇ, ਪਰ ਪੌੜੀਆਂ ਉਸੇ ਹੀ ਗੁਰੂ ਸਾਹਿਬ ਦੀਆਂ ਇਹਨਾਂ ਵਿੱਚ ਨੇ। ਜਿਵੇਂ ਕਿ ਆਸਾ ਕੀ ਵਾਰ ਵਿੱਚ ਸ਼ਲੋਕ ਗੁਰੂ ਅੰਗਦ ਦੇਵ ਜੀ ਦੇ ਨੇ, ਪਰ ਪੌੜੀਆਂ ਗੁਰੂ ਨਾਨਕ ਸਾਹਿਬ ਜੀ ਦੀਆਂ ਹੀ ਉਚਾਰੀਆਂ ਹੋਈਆਂ ਨੇ। ਇਸ ਤਰ੍ਹਾਂ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਵਾਰਾਂ ਦਰਜ ਹਨ, ਸ਼ਲੋਕ ਵੀ ਇਹਨਾਂ ਦੇ ਨਾਲ ਅੰਕਿਤ ਨੇ। ਪਰ 2 ਵਾਰਾਂ ਐਸੀਆਂ ਨੇ ਜੋ ਸ਼ਲੋਕਾਂ ਤੋਂ ਬਿਨਾਂ ਨੇ। ਪਹਿਲੀ ਵਾਰ ਹੈ ਬਸੰਤ ਕੀ ਵਾਰ ਅਤੇ ਦੂਸਰੀ ਹੈ ਰਾਮਕਲੀ ਵਾਰ, ਜੋ ਰਾਮਕਲੀ ਰਾਗ ਦੇ ਅੰਦਰ ਗੁਰੂ ਘਰ ਦੇ ਰਬਾਬੀ ਭਾਈ ਸੰਤਾ ਅਤੇ ਬਲਵੰਡ ਜੀ ਨੇ ਉਚਾਰੀ ਸੀ। ਪਰਮਾਤਮਾ ਆਪਣੀ ਮਿਹਰ ਕਰੇ। ਹੁਣ ਅਸੀਂ ਇਸ ਵਾਰ ਦੀ ਦੂਸਰੀ ਪੌੜੀ ਦੇ ਅਰਥਾਂ ਨੂੰ ਸਮਝਦੇ ਹਾਂ। ਪਹਿਲਾਂ ਇਸ ਬਾਣੀ ਦੇ ਦੂਜੇ ਬੰਦ ਦਾ ਪਾਠ ਅਸੀਂ ਸੁਣ ਲੈਂਦੇ ਹਾਂ। ਪੰਜੇ ਬਦੇ ਮਹਾਬਲੀ ਕਰ ਸੱਚਾ ਢੋਆ। ਪੰਜੇ ਬਦੇ ਮਹਾਬਲੀ ਕਰ ਸੱਚਾ ਢੋਆ। ਆਪਣੇ ਚਰਨ ਜਪਾਇਨ ਵਿੱਚ ਦਈਓ ਖੜੋਆ। ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਿਰੋਆ। ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਆ। ਜਿਸ ਦੇ ਉਪਜੇ ਨਾਨਕਾ ਸੋਈ ਫਿਰ ਹੋਆ। ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਆ। ਜਿਸ ਦੇ ਉਪਜੇ ਨਾਨਕਾ ਸੋਈ ਫਿਰ ਹੋਆ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਪੰਜੇ ਬਦੇ ਮਹਾਬਲੀ ਕਰ ਸੱਚਾ ਢੋਆ। ਪੰਜੇ ਬਦੇ ਮਹਾਬਲੀ, ਇਸ ਬੰਦ ਦੇ ਵਿੱਚ ਗੁਰਦੇਵ ਜੀ ਨੇ ਇਨਸਾਨ ਦੇ ਅੰਦਰ ਸਭ ਤੋਂ ਵੱਧ ਫਸਾਦ ਦੀ ਜੜ ਪੰਜੇ ਬਦੇ ਮਹਾਬਲੀ, ਭਾਵ 5 ਸਾਡੇ ਅੰਦਰ ਵਿਸ਼ੇ ਵਿਕਾਰਾਂ ਦੀ ਗੱਲ ਬੜੇ ਸੋਹਣੇ ਤਰੀਕੇ ਨਾਲ ਕੀਤੀ ਹੈ। ਅੱਗੇ ਵਧਣ ਤੋਂ ਪਹਿਲਾਂ ਸੰਗਤ ਜੀ, ਅਸੀਂ ਸਭ ਤੋਂ ਪਹਿਲਾਂ
ਅਸੀਂ ਪਹਿਲੀ ਪੌੜੀ ਜਿਸ ਦੀ ਵਿਚਾਰ ਜੋ ਅਸੀਂ ਕਰ ਚੁੱਕੇ ਹਾਂ ਉਸ ਨੂੰ ਦੁਹਰਾ ਲੈਂਦੇ ਹਾਂ ਮੋਟੇ ਤੌਰ 'ਤੇ, ਤਾਂ ਕਿ ਲੜੀ ਬਣੀ ਰਹੇ। ਹਰ ਕਾ ਨਾਮ ਧਿਆਏ ਕੇ ਹੋ ਹਰਿਆ ਭਾਈ। ਪਹਿਲੀ ਪੌੜੀ ਦਾ ਵਿੱਚ ਜ਼ਿਕਰ ਸੀ ਹਰਿਆਵਲ ਦਾ, ਕਿ ਹਰਿਆਵਲ ਦਾ ਸੰਬੰਧ ਮਨੁੱਖੀ ਜੀਵਨ ਦੇ ਨਾਲ ਇੱਕ ਬਹੁਤ ਵੱਡਾ ਡੂੰਘਾ ਸੰਬੰਧ ਹੈ, ਵੱਡਾ ਸੰਬੰਧ ਹੈ। ਕੋਈ ਵੀ ਚੀਜ਼ ਹਰੀ ਉਦੋਂ ਤੱਕ ਹੀ ਰਹਿੰਦੀ ਹੈ, ਇੱਥੋਂ ਤੱਕ ਕਿ ਵਨਸਪਤੀ ਵੀ ਤਦ ਤੱਕ ਹੀ ਹਰੀ ਰਹਿੰਦੀ ਹੈ ਜਦ ਤੱਕ ਉਹ ਆਪਣੇ ਮੂਲ ਦੇ ਨਾਲ ਜੁੜੀ ਰਹਿੰਦੀ ਹੈ। ਪਰ ਜਦੋਂ ਉਸ ਦਾ ਆਪਣੇ ਮੂਲ ਨਾਲੋਂ, ਧਰਤੀ ਨਾਲੋਂ ਨਾਤਾ ਟੁੱਟ ਜਾਂਦਾ ਹੈ, ਫਿਰ ਉਹਦਾ ਵੀ ਹਰਾਪਨ ਖਤਮ ਹੋ ਜਾਂਦਾ ਹੈ। ਠੀਕ ਇਸੇ ਤਰ੍ਹਾਂ ਹੀ ਮਨੁੱਖੀ ਜੀਵਨ ਆਪਣੇ ਮੂਲ ਦੇ ਨਾਲ ਜੁੜੇ ਰਹਿਣਾ ਜ਼ਰੂਰੀ ਹੈ। ਮੂਲ ਦਾ ਭਾਵ ਉਸ ਅਕਾਲ ਪੁਰਖ ਦੀ ਸਾਡੇ ਮਨ ਅੰਦਰ, ਸਾਡੇ ਜੀਵਨ ਅੰਦਰ ਹੋਂਦ ਹੈ। ਪੰਜੇ ਬਦੇ ਮਹਾਬਲੀ ਕਰ ਸੱਚਾ ਢੋਆ। ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ, ਇਹ 5 ਵਿਕਾਰ ਬੜੇ ਵੱਡੇ ਮਹਾਬਲੀ ਨੇ। ਕਰ ਸੱਚਾ ਢੋਆ। ਪਰ ਜਿਸ ਮਨੁੱਖ ਨੇ ਅਕਾਲ ਪੁਰਖ ਨੂੰ ਸਿਮਰਨ ਰੂਪੀ ਸੱਚੀ ਭੇਟਾ ਉਸ ਹਜ਼ੂਰ ਦੇ ਵਿੱਚ ਦੇ ਦਰ ਦੇ ਵਿੱਚ ਪੇਸ਼ ਕੀਤੀ ਹੈ, ਆਪਣੇ ਚਰਨ ਜਪਾਇਨ ਵਿੱਚ ਦਈਓ ਖਡੋਆ। ਉਸ ਅਕਾਲ ਪੁਰਖ ਨੇ ਇਹ ਪੰਜੇ ਹੀ ਸਾਡੇ ਅੰਦਰ ਵੱਡੇ ਮਹਾਬਲੀ ਵਿਕਾਰ ਫਿਰ ਭੰਨ ਦਿੱਤੇ, ਖਤਮ ਕਰ ਦਿੱਤੇ, ਜਿਸ ਨਾਲ ਸਾਰੇ ਰੋਗ ਸਹਿਜੇ ਹੀ ਮਿਟ ਗਏ। ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਆ। ਅੱਗੇ ਪਾਤਸ਼ਾਹ ਇਸ ਬੰਦ ਦੇ ਵਿੱਚ ਬਖਸ਼ਿਸ਼ ਕਰਦੇ ਨੇ ਕਿ ਬੰਦੇ ਦੇ ਅੰਦਰੋਂ ਜਦੋਂ ਸਾਰੇ ਰੋਗ ਮਿਟ ਗਏ ਤਾਂ ਉਹ ਬੰਦਾ ਸਦਾ ਪਵਿੱਤਰ ਅਤੇ ਅਰੋਗ ਰਹਿੰਦਾ ਹੈ। ਦਿਨ ਰੈਣ ਨਾਮ ਧਿਆਏ ਦਾ, ਫਿਰ ਪਾਏ ਨਾ ਮੋਆ। ਉਹ ਮਨੁੱਖ ਫਿਰ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ। ਉਸ ਨੂੰ ਫਿਰ ਜਨਮ ਮਰਨ ਦੇ ਗੇੜ ਭਾਵ ਚੱਕਰ ਨਹੀਂ ਲਗਾਉਣੇ ਪੈਂਦੇ। ਜਿਸ ਤੇ ਉਪਜਿਆ ਨਾਨਕਾ, ਸੋਈ ਫਿਰ ਹੋਆ। ਇਸ ਬੰਦ ਦੀ ਆਖਰੀ ਪੰਕਤੀ ਵਿੱਚ ਸਾਹਿਬ ਕਹਿੰਦੇ ਨੇ ਕਿ ਨਾਨਕ ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਸੀ, ਸਿਮਰਨ ਦੀ ਬਰਕਤ ਦੇ ਨਾਲ, ਸਿਮਰਨ ਦੇ ਸਦਕਾ ਉਹ ਉਸੇ ਦਾ ਹੀ ਰੂਪ ਹੋ ਜਾਂਦਾ ਹੈ। ਇਹ ਸੀ ਸੰਗਤ ਜੀ ਗੁਰੂ ਅਰਜਨ ਦੇਵ ਜੀ ਦਾ ਇਸ ਬੰਦ ਦੇ ਵਿੱਚ ਦਿੱਤਾ ਸਾਨੂੰ ਸੰਦੇਸ਼। ਵਿਚਾਰ ਵਿੱਚ ਹੋਈਆਂ ਬੇਅੰਤ ਭੁੱਲਾਂ ਅਤੇ ਗੁਰਬਾਣੀ ਦੇ ਉਚਾਰਨ ਵਿੱਚ ਹੋਈਆਂ ਭੁੱਲਾਂ ਨੂੰ ਮਾਫ ਕਰਨਾ ਜੀ। ਬਸੰਤ ਕੀ ਵਾਰ ਬਾਣੀ ਦੇ ਤੀਸਰੇ ਅਤੇ ਆਖਰੀ ਬੰਦ ਦੀ ਵਿਚਾਰ ਅਸੀਂ ਅਗਲੀ ਵਿਚਾਰ ਦੇ ਵਿੱਚ ਕਰਾਂਗੇ। ਇਸ ਨਾਲ ਜੁੜੇ ਰਹਿਣਾ ਜੀ। ਚੱਲ ਰਹੇ ਬਸੰਤ ਦੇ ਮਹੀਨੇ ਵਿੱਚ ਗੁਰੂ ਸਭਨਾਂ 'ਤੇ ਆਪਣੀ ਮਿਹਰ ਕਰੇ ਜੀ। ਇਹ ਮਹੀਨਾ ਸਭ ਵਾਸਤੇ ਖੁਸ਼ੀਆਂ ਨਾਲ ਭਰਿਆ ਮਹੀਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।